Good morning, students. Today we are going to revise the next and the last topic of this chapter, that is the changing role of public sector. Means कि ਜਿਹੜਾ public sector ਆ ਉਹਦਾ role ਕਿੱਦਾਂ change ਹੋਇਆ, ਉਹਦੀ ਜਗ੍ਹਾ private sector ਨੇ ਕਿੱਦਾਂ ਲਈ. So public sector plays an important role in India's economic development. Means India ਦੀ economy ਨੂੰ develop ਕਰਨ ਲਈ public sector ਦਾ ਇੱਕ major role ਰਿਹਾ ਆ. The most important objective of public sector ਦਾ most important objective ਕੀ ਆ, economic growth, ਮਤਲਬ ਕਿ ਆਪਣੀ economy ਦੀ growth ਨੂੰ increase ਕਰਨਾ with social justice means ਕਿ ਕਿਸੇ ਦੇ ਨਾਲ ਕੋਈ ਨਾਇਨਸਾਫੀ ਨਾ ਹੋਏ, proper welfare ਹੋਏ and providing service to the society, ਕਿ society ਨੂੰ ਆਪਾਂ service provide ਕਰਨਾ, ਕਿਉਂਕਿ public ਦਾ ਮਤਲਬ ਹੀ ਇਹੀ ਹੁੰਦਾ ਕਿ ਜਿਹੜਾ sector ਪਬਲਿਕ ਲਈ ਬਣਿਆ ਹੋਵੇ, ਪਬਲਿਕ ਨੂੰ ਸਰਵਿਸ ਪ੍ਰੋਵਾਈਡ ਕਰਨ ਲਈ ਬਣਿਆ ਹੋਏ. ਨੈਕਸਟ ਇਜ਼ ਦੀ ਇੰਪੋਰਟੈਂਸ. ਹੁਣ ਪਬਲਿਕ ਸੈਕਟਰ ਦੀ ਇੰਪੋਰਟੈਂਸ ਕੀ ਹੈ? ਦਾ ਫਸਟ ਇਜ਼ ਡਿਵੈਲਪਮੈਂਟ ਆਫ ਇਨਫਰਾਸਟਰਕਚਰ. ਮੀਨਸ ਕਿ ਇਨਫਰਾਸਟਰਕਚਰ ਦਾ ਡਿਵੈਲਪਮੈਂਟ ਹੋਇਆ ਕਿੱਦਾਂ ਕਿ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀਆਂ, ਕਮਿਊਨੀਕੇਸ਼ਨ ਫੈਸਿਲਿਟੀਜ਼, ਫਿਊਲ ਐਂਡ ਐਨਰਜੀ, ਜੇ ਬੇਸਿਕ ਐਂਡ ਹੈਵੀ ਇੰਡਸਟਰੀਜ਼ ਨੇ ਉਹ ਸਾਰੀਆਂ ਹੀ ਡਿਵੈਲਪ ਹੋਈਆਂ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਆਪਣੀ ਇੱਕ ਇਕੋਨਮੀ ਨੂੰ ਡਿਵੈਲਪ ਕਰਨ ਲਈ. ਗਵਰਨਮੈਂਟ ਨੇ ਕਾਫੀ ਜ਼ਿਆਦਾ ਜਿਹੜੀਆਂ ਆ ਪਬਲਿਕ ਸੈਕਟਰ ਯੂਨਿਟਸ ਸੈਟਅਪ ਕੀਤੀਆਂ ਕਾਫੀ ਏਰੀਏ ਦੇ ਵਿੱਚ, ਜਿੱਥੇ ਕਿ ਪ੍ਰਾਈਵੇਟ ਐਂਟਰਪ੍ਰਾਈਜ਼ਸ ਇਨਵੈਸਟ ਕਰਨ ਲਈ ਰੈਡੀ ਨਹੀਂ ਸੀਗੇ, ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਕੀ ਮਤਲਬ ਆ ਪਬਲਿਕ ਲਈ ਕੁਝ ਕਰਨ ਦਾ, ਉਹ ਸਿਰਫ ਆਪਣਾ ਪ੍ਰੋਫਿਟ ਮੋਟਿਵ ਦੇਖਦੇ ਆ. ਬਟ ਪਬਲਿਕ ਸੈਕਟਰ ਨੇ ਕੀ ਕੀਤਾ, ਜਿਹੜੀਆਂ ਚੀਜ਼ਾਂ ਪ੍ਰਾਈਵੇਟ ਸੈਕਟਰ ਪੂਰੀਆਂ ਨਹੀਂ ਕਰ ਪਾਇਆ, ਪਬਲਿਕ ਸੈਕਟਰ ਨੇ ਉਹ ਸੋਸਾਇਟੀ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ. ਨੈਕਸਟ ਇਜ਼ ਦੀ ਰੀਜਨਲ ਬੈਲੈਂਸ. ਹੁਣ ਰੀਜਨਲ ਬੈਲੈਂਸ ਮਤਲਬ ਜਿੱਦਾਂ ਕਿ ਤੁਹਾਨੂੰ ਪਤਾ ਹੈ ਇੱਕ ਅਰਬਨ ਏਰੀਆ, ਇੱਕ ਰੂਰਲ ਏਰੀਆ, ਅਤੇ ਦੋਵਾਂ ਰੀਜਨ ਦੇ ਵਿੱਚ ਜਿਹੜੇ ਡਿਫਰੈਂਸਿਸ ਆ ਉਹਨਾਂ ਨੂੰ ਰਿਡਿਊਸ ਕੀਤਾ ਗਿਆ ਤਾਂ ਕਿ ਰੂਰਲ ਅਤੇ ਅਰਬਨ ਦੇ ਵਿੱਚ ਕੋਈ ਵੀ ਡਿਫਰੈਂਸ ਨਾ ਰਹੇ. ਸੋ ਟੂ ਮੇਨਟੇਨ ਦਾ ਬੈਲੈਂਸ ਰੀਜਨਲ ਡਿਵੈਲਪਮੈਂਟ, ਦਾ ਗਵਰਨਮੈਂਟ ਹੈਜ਼ ਟੇਕਨ ਇਨੀਸ਼ੀਏਟਿਵ ਟੂ ਸਟਾਰਟ ਅ ਨੰਬਰ ਆਫ ਪਬਲਿਕ ਸੈਕਟਰ ਯੂਨਿਟਸ ਇਨ ਦਾ ਬੈਕਵਰਡ ਏਰੀਆ, ਕਿ ਜਿਹੜੇ ਏਰੀਆ ਬੈਕਵਰਡ ਸੀਗੇ, ਅੰਡਰ ਡਿਵੈਲਪ ਸੀਗੇ, ਜਿੱਥੇ ਕੋਈ ਵੀ ਇੰਡਸਟਰੀ ਨਹੀਂ ਸੀਗੀ, ਸੋ ਪਬਲਿਕ ਸੈਕਟਰ ਨੇ ਕੀ ਕੀਤਾ, ਆਪਣੀ ਇੰਡਸਟਰੀ ਉਹੋ ਜਿਹੇ ਏਰੀਏ ਦੇ ਵਿੱਚ ਸਿਚੁਏਟ ਕਰਤੀ, ਇਸਟੈਬਲਿਸ਼ ਕਰਤੀ ਤਾਂ ਕਿ ਉਹਨਾਂ ਦੇ ਰੀਜਨਲ ਡਿਫਰੈਂਸਿਸ ਜਿਹੜੇ ਨੇ ਉਹ ਰਿਮੂਵ ਹੋ ਜਾਣ. ਨੈਕਸਟ ਇਜ਼ ਦੀ ਇਕੋਨਮੀਜ਼ ਆਫ ਸਕੇਲ. ਗਵਰਨਮੈਂਟ ਹੈਜ਼ ਸੈਟ ਅਪ ਲਾਰਜ ਸਕੇਲ ਇੰਡਸਟਰੀਜ਼ ਇਨ ਪਬਲਿਕ ਸੈਕਟਰ ਟੂ ਟੇਕ ਐਡਵਾਂਟੇਜ ਆਫ ਇਕੋਨਮੀਜ਼ ਆਫ ਸਕੇਲ. ਇਕੋਨਮੀਜ਼ ਆਫ ਸਕੇਲ ਦਾ ਮਤਲਬ ਆ ਕਿ ਜਦੋਂ ਅਸੀਂ ਕੋਈ ਵੀ ਪ੍ਰੋਡਕਸ਼ਨ ਕਰਦੇ ਹਾਂ ਸਸਤੇ ਰੇਟ 'ਤੇ, ਮਤਲਬ ਕਿ ਕਾਸਟ ਆਫ ਪ੍ਰੋਡਕਸ਼ਨ ਕਾਫੀ ਘੱਟ ਹੁੰਦੀ ਆ, ਜਿੱਦਾਂ ਕਿ ਇਲੈਕਟ੍ਰਿਕ ਪਾਵਰ ਪਲਾਂਟਸ ਜਿਹੜੇ ਆ, ਪੈਟਰੋਲੀਅਮ ਰਿਫਾਈਨਰੀ ਜਿਹੜੀ ਆ, ਠੀਕ ਆ. ਸੋ ਉਹਨਾਂ ਨੇ ਕਾਫੀ ਲਾਰਜ ਸਕੇਲ ਜਿਹੜੀ ਇੰਡਸਟਰੀ, ਮਤਲਬ ਕਿ ਕਾਫੀ ਜਿਨ੍ਹਾਂ ਨੇ ਕਾਫੀ ਏਰੀਆ ਕਾਫੀ ਜ਼ਿਆਦਾ ਹੁੰਦਾ ਆ, ਪਲੱਸ ਹੈਵੀ ਇਨਵੈਸਟਮੈਂਟ ਕੀਤੀ ਹੁੰਦੀ ਆ, ਉਹ ਤਾਂ ਕਰਕੇ ਤਾਂ ਕਿ ਉਹਨਾਂ ਨੂੰ ਬਾਰ-ਬਾਰ ਉਹਨੂੰ ਇੰਡਸਟਰੀ ਤੋਂ ਸਟਾਰਟ ਕਰਨ ਦਾ ਜਿਹੜਾ ਖਰਚਾ ਆ ਉਹ ਬਚ ਜੇ, ਕਿਉਂਕਿ ਇਕੱਠਾ ਇਸਟੈਬਲਿਸ਼ਮੈਂਟ ਕਰਨਗੇ ਅਤੇ ਉਹ ਇਕੱਠੇ ਦਾ ਕਾਸਟ ਆਫ ਪ੍ਰੋਡਕਸ਼ਨ ਜਿਹੜਾ ਆ ਘੱਟ ਹੋਏਗਾ ਕੰਪੈਰੀਜ਼ਨ ਕਿ ਬਾਰ-ਬਾਰ ਕਰਨ 'ਤੇ ਉਹਨਾਂ ਨੂੰ ਬਾਰ-ਬਾਰ ਕੋਈ ਇਨਵੈਸਟਮੈਂਟ ਖਰਚਾ ਕਰਨਾ ਪੈਣਾ. ਨੈਕਸਟ ਇਜ਼ ਦੀ ਚੈੱਕ ਓਵਰ ਕੰਸਨਟ੍ਰੇਸ਼ਨ ਆਫ ਇਕੋਨਮਿਕ ਪਾਵਰ. The flow of economic resources to the private sector entrepreneur can be controlled up to a certain extent. Means ਕਿ ਜਿਹੜੀ ਮਤਲਬ ਕਿ ਜਿਹੜਾ ਕਿ ਇਕੋਨਮਿਕ ਰਿਸੋਰਸਿਸ ਆ ਜਿਹੜੇ ਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਪ੍ਰੋਵਾਈਡ ਕਰ ਰਹੇ ਹਾਂ, ਸੋ ਉਹਨਾਂ ਨੂੰ ਅਸੀਂ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਕਿ ਉਹਦੇ ਆਲਰੇਡੀ ਕਾਫੀ ਬੈਨੀਫਿਟ, ਮਤਲਬ ਕਿ ਕਾਫੀ ਪ੍ਰੋਫਿਟ ਵਿੱਚ ਚੱਲ ਰਹੀਆਂ ਹੁੰਦੀਆਂ ਆ. ਸੋ ਜਿੰਨੀ ਕਿ ਜ਼ਿਆਦਾ ਜ਼ਰੂਰਤ ਹੈ ਸਿਰਫ ਓਨੇ ਹੀ ਰਿਸੋਰਸਿਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਅਤੇ ਬਾਕੀ ਆਪਣੇ ਪਬਲਿਕ ਸੈਕਟਰ ਲਈ ਸੇਵ ਕਰ ਲਿਆ. ਨੈਕਸਟ ਇਜ਼ ਦੀ ਇੰਪੋਰਟ ਸਬਸਟੀਟਿਊਸ਼ਨ. ਗਵਰਨਮੈਂਟ ਸੈਟਅਪ ਪਬਲਿਕ ਸੈਕਟਰ ਯੂਨਿਟਸ ਫॉर ਪ੍ਰੋਡਕਸ਼ਨ ਆਫ ਕੈਪੀਟਲ ਗੁਡਸ ਵਿਚ ਵਰ ਇੰਪੋਰਟਡ ਅਰਲੀਅਰ. ਕਈ ਇੱਦਾਂ ਦੇ ਗੁਡਸ ਨੇ ਜਿਹੜੇ ਕਿ ਅਸੀਂ ਪਹਿਲਾਂ ਬਾਕੀ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰਦੇ ਸੀਗੇ, ਪਰਚੇਜ਼ ਕਰਦੇ ਸੀਗੇ. ਸੋ ਗਵਰਨਮੈਂਟ ਨੇ ਕੀ ਕੀਤਾ, ਉਹ ਪਬਲਿਕ ਸੈਕਟਰ ਯੂਨਿਟਸ ਆਪਣੀ ਹੀ ਕੰਟਰੀ ਦੇ ਵਿੱਚ ਜਿਹੜੇ ਆ ਸੈਟਅਪ ਕਰ ਲਏ ਤਾਂ ਕਿ ਉਹਨਾਂ ਦਾ ਜਿਹੜਾ ਕਾਸਟ ਆ ਉਹ ਬਚ ਜੇ, ਕਿਉਂਕਿ ਅਗਰ ਆਪਾਂ ਕਿਸੇ ਦੂਸਰੇ ਕੰਟਰੀ ਤੋਂ ਗੁਡਸ ਪਰਚੇਸ ਕਰ ਰਹੇ ਹਾਂ ਉਹ ਸਾਨੂੰ ਮਹਿੰਗਾ ਪੈਂਦਾ ਆ, ਅਤੇ ਜੇ ਉਸੇ ਪ੍ਰੋਡਕਟ ਨੂੰ ਆਪਣੇ ਕੰਟਰੀ ਵਿੱਚ ਪ੍ਰੋਡਿਊਸ ਕਰ ਰਹੇ ਹਾਂ ਤਾਂ ਉਹਦਾ ਕਾਸਟ ਆਫ ਪ੍ਰੋਡਕਸ਼ਨ ਘੱਟ ਹੁੰਦਾ ਆ. ਸੋ ਸੈਵਰਲ ਪਬਲਿਕ ਸੈਕਟਰ ਕੰਪਨੀਜ਼ ਆਰ ਪ੍ਰੋਡਿਊਸਿੰਗ ਗੁਡਸ ਔਨ ਅ ਲਾਰਜ ਸਕੇਲ, thus playing an important role in expanding exports of the country also. ਸੋ ਕਈ ਪਬਲਿਕ ਸੈਕਟਰ ਕੰਪਨੀਜ਼ ਇੱਦਾਂ ਦੀਆਂ ਨੇ ਜਿਹੜੀ ਕਿ ਲਾਰਜ ਸਕੇਲ 'ਤੇ ਗੁਡਸ ਨੂੰ ਪ੍ਰੋਡਿਊਸ ਕਰ ਰਹੇ ਆ, ਐਂਡ ਪਲੱਸ ਜਿਹੜਾ ਆ ਉਹਨਾਂ ਦਾ ਇੱਕ ਇੰਪੋਰਟੈਂਟ ਰੋਲ ਆ, ਮੀਨਸ ਕਿ ਉਹ ਆਪਣੇ ਪ੍ਰੋਡਕਟ ਨੂੰ ਪ੍ਰੋਡਿਊਸ ਕਰਕੇ ਈਵਨ ਦੂਸਰੇ ਕੰਟਰੀ ਦੇ ਵਿੱਚ ਐਕਸਪੋਰਟ ਵੀ ਕਰਦੇ ਪਏ ਆ. ਸੋ ਦੀਜ਼ ਵਰ ਦਾ
ਇੰਪੋਰਟੈਂਸ ਆਫ ਦੀ ਪਬਲਿਕ ਸੈਕਟਰ ਰੋਲ ਐਂਡ ਹਾਊ ਇਟ ਇਜ਼ ਇੰਪਰੂਵਿੰਗ, ਮਤਲਬ ਕਿ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਆ ਰਹੇ ਆ। ਜਿਹੜੀਆਂ ਫੈਸਿਲਿਟੀਜ਼ ਇਹ ਪਹਿਲਾਂ ਪ੍ਰੋਵਾਈਡ ਨਹੀਂ ਕਰਦੇ ਸੀ ਉਹ ਹੁਣ ਇਹ ਪਬਲਿਕ ਨੂੰ ਸਰਵਿਸਿਜ਼ ਜਿਹੜੀਆਂ ਇਹਨਾਂ ਨੇ ਪ੍ਰੋਵਾਈਡ ਕਰਨੀ ਸਟਾਰਟ ਕਰਤੀਆਂ ਆ। ਸੋ ਇਸੇ ਟੋਪਿਕ ਦੇ ਨਾਲ ਤੁਹਾਡਾ ਇਹ ਚੈਪਟਰ ਜਿਹੜਾ ਕੰਪਲੀਟ ਹੁੰਦਾ ਆ। ਹੁਣ ਤੁਸੀਂ ਇਹਨੂੰ ਪ੍ਰੋਪਰਲੀ ਰਿਵਾਈਜ਼ ਕਰਨਾ ਆ ਐਂਡ ਜਿਹੜੀ ਅਸਾਈਨਮੈਂਟ ਆ ਇਸ ਚੈਪਟਰ ਤੋਂ ਰਿਲੇਟਡ ਉਹ ਤੁਹਾਨੂੰ ਗੂਗਲ ਕਲਾਸਰੂਮ ਵਿੱਚ ਸੈਂਡ ਕਰ ਦਿੱਤੀ ਜਾਏਗੀ ਐਂਡ ਇਟ ਇਜ਼ ਮੈਂਡੇਟਰੀ ਫॉर ਈਚ ਐਂਡ ਐਵਰੀ ਸਟੂਡੈਂਟ ਟੂ ਕੰਪਲੀਟ ਦੈਟ ਅਸਾਈਨਮੈਂਟ, ਕਿਉਂਕਿ ਉਸ ਅਸਾਈਨਮੈਂਟ ਦੇ ਬੇਸ 'ਤੇ ਤੁਹਾਡੀ ਅਸੈਸਮੈਂਟ ਕਾਊਂਟ ਹੁੰਦੀ ਆ। ਥੈਂਕਸ ਐਂਡ ਹੈਵ ਅ ਨਾਈਸ ਡੇ।